ਓਸ਼ੋ ਦੇ ਲੈਕਚਰ। ਧਿਆਨ ਸ਼ਿਵਰ। ਪ੍ਰਸ਼ਨ। ਕਈ ਲੋਕਾਂ ਦੇ ਮਨ 'ਚ ਅਜਿਹਾ ਖਿਆਲ ਹੈ ਕਿ 3 ਦਿਨ ਦੇ ਸ਼ਿਵਰ 'ਚ ਕੀ ਹੋ ਸਕਦਾ ਹੈ। ਇਨਸਾਨ ਦੇ ਜੀਵਨ 'ਚ ਇੰਨੀ ਆਸਾਨੀ ਨਾਲ ਕੈਥਾਰਗਿਸ ਵਗੈਰਾ ਹੋ ਜਾਂਦੀ ਹੈ। ਇਹਦੀ ਕੋਈ ਲੋੜ ਵਗੈਰਾ ਹੈ ਕਿ ਧਿਆਨ ਖੁਦ ਹੀ ਆਪਣੇ ਆਪ ਆ ਸਕਦਾ ਹੈ? ਇਹਦੇ ਬਾਰੇ 'ਚ ਦੱਸੋ। ਜਵਾਬ। ਧਿਆਨ ਆ ਸਕਦਾ ਹੈ, ਖੁਦ ਬ ਖੁਦ ਵੀ ਆ ਸਕਦਾ ਹੈ, ਲੇਕਿਨ ਵਖੇਵਾਂ ਕਰਨ ਨਾਲ ਨਹੀਂ ਆਏਗਾ। ਵੱਡਾ ਸਵਾਲ ਇਹ ਨਹੀਂ ਹੈ ਕਿ ਅਸੀਂ ਆਪਣੇ ਵਕਤ ਨੂੰ ਇੰਨਾ ਲਾਇਲਾਜ ਕਰ ਦਈਏ, ਕਿਉਂਕਿ ਵਖਰੇਵਾਂ ਕਰਨ, ਵਿਸ਼ਲੇਸ਼ਣ ਕਰਦੇ ਵਕਤ ਕਿਤੇ ਸਾਡਾ ਮਨ ਹੀ ਤਾਂ ਨਹੀਂ ਹੈ। ਇਹ ਸਾਰਾ ਵਖਰੇਵਾਂ ਕਰਨ ਸਾਡੇ ਮਨ ਨੂੰ 2 ਖੰਡਾਂ 'ਚ ਤੋੜ ਦਿੰਦਾ। ਸੋ ਨਾ ਤਾਂ ਵਖਰੇਵੇਂ ਕਰਨ ਨਾਲ ਸੰਭਵ ਹੈ ਕਿ ਮਨ ਇੱਕ ਹੋ ਜਾਏ, ਅਤੇ ਨਾ ਹੀ ਸੋਚ ਵਿਚਾਰ ਨਾਲ ਸੰਭਵ ਹੈ ਕਿ ਇੱਕ ਹੋ ਜਾਏ, ਕਿਉਂਕਿ ਇਹ ਸਾਰੀਆਂ ਕਿਰਿਆਵਾਂ ਜਿਸ ਮਨ ਨਾਲ ਚੱਲਦੀਆਂ ਹਨ ਉਸੇ ਮਨ ਨੂੰ ਬਦਲਣਾ ਹੈ। ਇੱਕ ਹੀ ਵਿਵਸਥਾ ਨਾਲ ਹੋ ਸਕਦਾ ਹੈ ਕਿ ਨਾ ਤਾਂ ਅਸੀਂ ਵਖਰੇਵਾਂ ਕਰਨ ਕਰੀਏ ਅਤੇ ਨਾ ਅਸੀਂ ਸੋਚ ਵਿਚਾਰ ਕਰੀਏ, ਬਲਕਿ ਮਨ ਦੇ ਪ੍ਰਤੀ ਅਸੀਂ ਹੌਲੀ ਹੌਲੀ ਜਾਗਰੂਕ ਹੁੰਦੇ ਜਾਈਏ। ਜਾਗਰੂਕ ਹੋਣ ਦਾ ਅਰਥ ਇਹ ਹੈ ਕਿ ਅਸੀਂ ਕੋਈ ਨਿਰਣਾ ਨਹੀਂ ਲੈਂਦੇ ਕਿ ਕੀ ਭਲਾ ਹੈ ਕੀ ਬੁਰਾ ਹੈ। ਸਾਨੂੰ ਕੋਈ ਪੱਖ ਵਿਰੋਧ ਵਿੱਚ ਮਨ ਦਾ ਹੀ ਹਿੱਸਾ ਬਚਾਉਣਾ ਹੈ ਜਾਂ ਅਲੱਗ ਰੱਖਣਾ ਹੈ, ਅਜਿਹੀ ਵੀ ਕੋਈ ਧਾਰਨਾ ਨਹੀਂ ਹੈ। ਜਿਹੋ ਜਿਹਾ ਵੀ ਮਨ ਹੈ, ਬਿਨਾਂ ਕਿਸੇ ਭਾਵ ਦੇ, ਬਿਨਾਂ ਕਿਸੇ ਪੇਸ਼ਗੀ ਧਾਰਨਾ ਦੇ ਅਸੀਂ ਇਸ ਮਨ ਦੇ ਪ੍ਰਤੀ ਜਾਗਦੇ ਚੱਲੀਏ। ਜੇ ਜਾਗਣ 'ਚ ਥੋੜ੍ਹੀ ਜਿਹੀ ਵੀ ਪੱਖਬਾਜ਼ੀ ਹੋਈ ਮਨ ਵਿੱਚ, ਤਾਂ ਮਨ ਖੰਡ ਖੰਡ ਹੋ ਜਾਏਗਾ। ਤਦ 2 ਹਿੱਸੇ ਅਸੀਂ ਤੋੜ ਲਵਾਂਗੇ, ਚੰਗੇ ਅਤੇ ਬੁਰੇ ਦਾ ਹਿੱਸਾ ਅਸੀਂ ਅਲੱਗ ਕਰ ਲਵਾਂਗੇ। ਅਤੇ ਜਿਵੇਂ ਹੀ ਮਨ ਟੁੱਟ ਰਿਹਾ ਹੈ ਕਿ ਧਿਆਨ ਅਸੰਭਵ ਹੈ, ਧਿਆਨ ਦਾ ਅਰਥ ਹੀ ਹੈ ਕਿ ਮਨ ਦੀ ਸਮਗਰ ਅਵਸਥਾ ਮਿਲ ਜਾਵੇ, ਟੋਟਲ ਅਵਸਥਾ ਮਿਲ ਜਾਏ। ਤਾਂ ਜੇਕਰ ਅਸੀਂ ਬਿਨਾਂ ਕਿਸੇ ਪੇਸ਼ਗੀ ਧਾਰਨਾ ਦੇ, ਨਿਰਣੇ ਦੇ, ਚੰਗੇ ਬੁਰੇ ਦੇ ਖਿਆਲ ਦੇ, ਸ਼ੁਭ ਅਸ਼ੁਭ ਦੇ, ਜਿਹੋ ਜਿਹਾ ਵੀ ਮੈਂ ਹਾਂ ਇਹਦੇ ਪ੍ਰਤੀ ਮੈਂ ਸੁੱਤਾ ਹੋਇਆ ਹੋ ਸਕਦਾ, ਅਤੇ ਜਿਹੋ ਜਿਹਾ ਵੀ ਹਾਂ ਉਹਦੇ ਪ੍ਰਤੀ ਜਾਗਿਆ ਹੋਇਆ ਵੀ ਹੋ ਸਕਦਾ। ਫੈਸਲਾਕਾਰੀ ਨਹੀਂ, ਕੋਈ ਜੱਜਮੈਂਟ ਨਹੀਂ। ਜੋ ਵੀ ਮੈਂ ਕੱਲ੍ਹ ਤੱਕ ਕਰਦਾ ਰਿਹਾ ਉਹ ਮੈਂ ਸੁੱਤਾ ਸੁੱਤਾ ਕਰਦਾ ਰਿਹਾ ਹਾਂ। ਤੁਹਾਡੇ ਉੱਤੇ ਕ੍ਰੋਧ ਕੀਤਾ, ਬਿਲਕੁਲ ਸਿੱਧਿਆਂ ਕੀਤਾ ਹੈ। ਅਜਿਹਾ ਹੀ ਹੋਇਆ ਕਿ ਜਦ ਹੋ ਚੁੱਕਿਆ ਤਦ ਮੈਨੂੰ ਪਤਾ ਲੱਗਿਆ ਕਿ ਕ੍ਰੋਧ ਹੋ ਗਿਆ। ਜਦ ਹੋ ਰਿਹਾ ਸੀ ਤਦ ਪਤਾ ਹੀ ਨਹੀਂ ਲੱਗਿਆ। ਵਖਰੇਵੇਂ ਕਰਨ ਵਾਲਾ ਆਦਮੀ ਕਹੇਗਾ ਕ੍ਰੋਧ ਬੁਰਾ ਹੈ, ਇਹਨੂੰ ਮਨ ਤੋਂ ਅਲੱਗ ਕਰ ਲਈਏ। ਸੋਚ ਵਿਚਾਰ ਵਾਲਾ ਆਦਮੀ ਕਹੇਗਾ ਕਿ ਕ੍ਰੋਧ ਬੁਰਾ ਹੈ, ਉਹਦਾ ਉਹੀ ਪੱਖ ਹੋਏਗਾ। ਜਾਗਰਣ ਅਪਰਮਾਦ ਦੀ ਜੋ ਵਿਵਸਥਾ ਹੈ, ਅਵੇਅਰਨੈਸ ਦੀ ਜੋ ਵਿਵਸਥਾ ਹੈ, ਉਹ ਇੰਨਾ ਕਹੇਗੀ ਕ੍ਰੋਧ ਹੋਇਆ ਹੈ, ਅਤੇ ਮੈਂ ਕ੍ਰੋਧ ਦੀ ਵਜ੍ਹਾ ਤੋਂ ਦੁਖੀ ਨਹੀਂ ਹਾਂ। ਦੁਖੀ ਮੈਂ ਇਸ ਵਜ੍ਹਾ ਤੋਂ ਹਾਂ ਕਿ ਮੇਰੇ ਸੌਂਦੇ 'ਚ ਹੋਇਆ ਹੈ। ਸੋ ਮੇਰੀ ਲੜਾਈ ਕ੍ਰੋਧ ਨਾਲ ਨਹੀਂ, ਮੇਰੀ ਲੜਾਈ ਇੱਕ ਸੁੱਤੇਪਨ ਨਾਲ ਹੈ। ਜੇ ਅਸੀਂ ਆਪਣੇ ਸੁੱਤੇਪਨ ਨਾਲ ਲੜਦੇ ਚਲੇ ਜਾਈਏ, ਹੌਲੀ ਹੌਲੀ ਸਾਡੀ ਹਰੇਕ ਕਿਰਿਆ ਸਾਡੇ ਹੋਸ਼ 'ਚ ਹੋਣ ਲੱਗੇ, ਤਾਂ ਬੜੇ ਮਜ਼ੇ ਦੀ ਗੱਲ ਹੈ ਕਿ ਕੁਝ ਕਿਰਿਆਵਾਂ ਹੋਸ਼ ਵਿੱਚ ਹੋ ਹੀ ਨਹੀਂ ਸਕਦੀਆਂ। ਜਿਵੇਂ ਕ੍ਰੋਧ ਨਹੀਂ ਹੋ ਸਕਦਾ, ਜਿਵੇਂ ਘਿਰਣਾ ਨਹੀਂ ਹੋ ਸਕਦੀ, ਹਿੰਸਾ ਨਹੀਂ ਹੋ ਸਕਦੀ। ਤਾਂ ਮੈਂ ਤਾਂ ਕਹਿੰਦਾ ਅਜਿਹਾ ਕਿ ਜੋ ਜਾਗਰੂਕ ਅਵਸਥਾ 'ਚ ਹੋ ਸਕੇ ਉਹੀ ਹੋਣਾ ਹੈ, ਉਹੀ ਸ਼ੁਭ ਹੈ। ਅਤੇ ਜਿਹਦੇ ਹੋਣ ਦੇ ਲਈ ਨੀਂਦ ਲਾਜ਼ਮੀ ਹੋਵੇ ਉਹ ਪਾਪ ਹੈ, ਉਹੀ ਅਸ਼ੁਭ ਹੈ। ਯਾਨੀ ਸੁੱਤਾ ਹੋਇਆ ਹੋਣਾ ਜਿਹਦੇ ਲਈ ਲਾਜ਼ਮੀ ਭੂਮਿਕਾ ਬਣੇ, ਜਿਹਦੇ ਬਿਨਾਂ ਹੋ ਹੀ ਨਾ ਸਕੇ ਉਹ ਪਾਪ ਹੈ। ਤਾਂ ਖੁਦ ਧਿਆਨ ਪ੍ਰਗਟ ਹੋ ਸਕਦਾ ਹੈ, ਵਿਵਸਥਾ ਜਾਗਣ ਦੀ ਕਰਨੀ ਪਏਗੀ। ਆਮ ਤੌਰ 'ਤੇ ਸੰਭਵ ਨਹੀਂ ਹੋ ਪਾਉਂਦੀ, ਕਿਉਂਕਿ ਸਾਡਾ ਉਹ ਜੋ ਸੁੱਤਾ ਹੋਇਆ ਚਿੱਤ ਹੈ ਉਹ ਇਹਦਾ ਚੇਤਾ ਨਹੀਂ ਰੱਖ ਪਾਉਂਦਾ ਕਿ ਅਸੀਂ ਜਾਗੇ ਰਹੀਏ। ਉਹ ਇਸ ਗੱਲ 'ਤੇ ਪ੍ਰਤੀ ਵੀ ਸੌਂ ਜਾਂਦਾ ਹੈ। ਕਦੇ ਕਦੇ ਖਿਆਲ ਆਉਂਦਾ ਹੈ ਕਿ ਨਿਰਣਾ ਕੀਤਾ ਸੀ ਕਿ ਜਾਗਦੇ ਰਹਾਂਗੇ, ਪਰ ਇਹ ਨਿਰਣਾ ਵੀ ਤਾਂ ਅਸੀਂ ਜਾਗੇ ਹੋਏ ਨਹੀਂ ਕੀਤਾ। ਇਹ ਨਿਰਣਾ ਵੀ ਤਾਂ ਸਾਡੀ ਨੀਂਦ ਦਾ ਹੀ ਨਿਰਣਾ ਹੈ। ਇਸ ਲਈ ਇਹ ਗੱਲ ਤਾਂ ਬਿਲਕੁਲ ਠੀਕ ਲੱਗਦੀ ਹੈ, ਪਰ ਹੋ ਨਹੀਂ ਪਾਉਂਦੀ। ਹੋ ਸਕਦੀ ਹੈ, ਉਹ ਸਿਰਫ ਸੰਭਾਵਨਾ ਹੈ। ਕਦੇ ਕਦੇ 1,00,000 2 ਲੱਖ ਬੰਦਿਆਂ 'ਚੋਂ 1-2 ਬੰਦਿਆਂ ਨੂੰ ਹੋ ਵੀ ਜਾਂਦੀ ਹੈ। ਆਮ ਤੌਰ 'ਤੇ ਗੱਲ ਲੱਗੇਗੀ ਬਿਲਕੁਲ ਮੁਨਾਸਬ ਹੈ, ਪਰ ਹੋ ਨਹੀਂ ਪਾਏਗੀ। ਨਾ ਹੋਣ ਦੇ 2-3 ਕਾਰਨ ਹਨ। ਇੱਕ ਕਾਰਨ ਤਾਂ ਇਹ ਹੋਏਗਾ ਕਿ ਸਾਡਾ ਜੋ ਨਿਰਣਾ ਹੈ ਜਾਗੇ ਹੋਣ ਦਾ, ਉਹ ਵੀ ਸੁੱਤੇ ਹੋਏ ਬੰਦੇ ਦਾ ਨਿਰਣਾ ਹੈ। ਅਸੀਂ ਇਹਨੂੰ ਵੀ ਤਾਂ 24 ਘੰਟੇ ਯਾਦ ਰੱਖਣ ਵਾਲੇ ਨਹੀਂ ਹਾਂ। ਇਹ ਵੀ ਤਾਂ ਸਾਨੂੰ ਵਿਸਰ ਜਾਏਗਾ 5-6 ਦਿਨ ਦੇ ਬਾਅਦ। ਹੁਣ ਇਹ ਅਸਾਂ ਜੋ ਨਿਰਣਾ ਲੈ ਲਿਆ ਹੈ, ਨਿਰਣਾ ਲੈ ਕੇ ਅਸੀਂ ਚੁੱਕੇ ਵੀ ਨਹੀਂ ਹਾਂ। ਘਟਨਾ ਆ ਜਾਏਗੀ ਅਤੇ ਅਸੀਂ ਭੁੱਲ ਜਾਵਾਂਗੇ ਅਸੀਂ ਨਿਰਣਾ ਲਿਆ। ਇੱਕ ਤਾਂ ਕਠਿਨਾਈ ਇਹ ਹੈ ਕਿ ਸੁੱਤੇ ਹੋਏ ਮਨ ਨਾਲ ਲੜਨਾ ਹੈ, ਲੇਕਿਨ ਸੁੱਤਾ ਹੋਇਆ ਮਨ ਹੀ ਤਾਂ ਨਿਰਣਾ ਲਏਗਾ। ਦੂਜੀ ਕਠਿਨਾਈ ਇਹ ਹੈ ਕਿ ਸਾਡੇ ਮਨ ਦਾ ਜੋ ਅਰਜਤ ਸੰਸਕਾਰ ਹੈ, ਉਹ ਜੋ ਕੰਡੀਸ਼ਨਿੰਗ ਹੈ, ਉਹ ਰੁਕਾਵਟ ਪਾਏਗੀ। ਯਾਨੀ ਉਹ ਇਉਂ ਹੀ ਹੈ ਜਿਵੇਂ ਅਸੀਂ ਇੱਕ ਬਿਮਾਰ ਆਦਮੀ ਨੂੰ ਆਖੀਏ ਕਿ ਤੂੰ ਤੰਦਰੁਸਤ ਹੋ ਜਾ,
ਰਾਜ਼ੀ ਉਹ ਵੀ ਹੋਏਗਾ। ਬਿਮਾਰ ਵੀ ਤੰਦਰੁਸਤ ਹੋਣਾ ਹੀ ਚਾਹੁੰਦਾ, ਉਹ ਵੀ ਕਹੇਗਾ। ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ, ਗੱਲ ਬਿਲਕੁਲ ਠੀਕ ਹੈ। ਪਰ ਇਹ ਜੋ ਬਿਮਾਰੀ ਦੇ ਕੀਟਾਣੂ ਭਰੇ ਪਏ ਹੈ, ਇਹ ਜੋ ਬੁਖਾਰ ਚੜ੍ਹਿਆ ਹੋਇਆ, ਇਹਦਾ ਕੀ ਕਾਰਨ ਹੈ? ਤੰਦਰੁਸਤ ਤਾਂ ਮੈਂ ਵੀ ਹੋਣਾ। ਜਦ ਵੀ ਅਸੀਂ ਕਿਸੇ ਆਦਮੀ ਨਾਲ ਗੱਲ ਕਰ ਰਹੇ ਹਾਂ ਤਾਂ ਉਹ ਆਦਮੀ ਖਾਲੀ ਨਹੀਂ ਹੈ, ਉਹ ਆਦਮੀ ਭਰਿਆ ਹੋਇਆ ਹੈ। ਇਸ ਜਨਮ ਦੇ ਸੰਸਕਾਰ ਹਨ, ਅਤੇ ਜੇਕਰ ਅਸੀਂ ਹੋਰ ਡੂੰਘੇ ਦੇਖੀਏ ਤਾਂ ਹੋਰ ਜਨਮਾਂ ਦੇ ਸੰਸਕਾਰ ਹਨ, ਉਹ ਸਭ ਭਰੇ ਹੋਏ ਹਨ। ਉਹ ਬੋਝ ਉਹਦੇ ਸਿਰ 'ਤੇ ਹੈ। ਇਹ ਜੋ ਬੋਝ ਹੈ ਰੁਕਾਵਟ ਪਾਏਗਾ, ਕਿਉਂਕਿ ਕੱਲ੍ਹ ਤੱਕ ਮੈਂ ਜੋ ਕੀਤਾ ਹੈ, ਅਨੰਤ ਵਾਰ ਜਿਹਨੂੰ ਕੀਤਾ ਹੈ, ਉਹਦੀ ਗਹਿਰੀ ਪਕੜ 'ਤੇ ਉਹਦੇ ਸਾਂਚੇ ਬਣ ਗਏ ਹਨ, ਉਹਦੇ ਗਰੂਵਜ਼ ਹਨ। ਮੈਨੂੰ ਪਤਾ ਨਹੀਂ ਲੱਗਦਾ ਅਤੇ ਉਹ ਹੋ ਜਾਂਦਾ ਹੈ, ਕਿਉਂਕਿ ਸੁਭਾਵਿਕ ਤੌਰ 'ਤੇ ਮਨ ਦਾ ਨਿਯਮ ਹੈ ਕਿ ਜਿੱਥੇ ਲੀਸਟ ਰੈਜ਼ਿਸਟੈਂਸ ਹੈ, ਮਨ ਉਹੀ ਕਰੇਗਾ। ਜੀਵਨ ਦਾ ਹੀ ਨਿਯਮ ਹੈ। ਜੇ ਮੈਂ ਇੱਥੋਂ ਤੋਂ ਦਰਵਾਜ਼ੇ ਤੱਕ ਪਹੁੰਚਣਾ ਹੈ ਤਾਂ ਮੈਂ ਸਭ ਤੋਂ ਘੱਟ ਦੂਰੀ ਚੁਣਾਂਗਾ। ਸੁਭਾਵਿਕ ਹੀ ਸਿੱਧੀ ਤੋਂ ਸਿੱਧੀ ਰੇਖਾ ਚੁਣਾਂਗਾ। ਸਿੱਧੀ ਰੇਖਾ ਦਾ ਮਤਲਬ ਇਹ ਹੈ ਕਿ ਦੋ ਬਿੰਦੂਆਂ ਦੇ ਵਿਚਾਲੇ ਨੇੜਵੀਂ ਤੋਂ ਨੇੜਵੀਂ ਜੋ ਦੂਰੀ ਹੈ, ਘੱਟ ਤੋਂ ਘੱਟ ਜੋ ਦੂਰੀ ਹੈ, ਉਹਨੂੰ ਅਸੀਂ ਪਾਗਲ ਆਖਾਂਗੇ, ਜਿਹੜਾ 25 ਚੱਕਰ ਲਾ ਕੇ ਉਸ ਥਾਂ ਪਹੁੰਚੇ। ਅਤੇ ਨੇੜੇ ਤੋਂ ਨੇੜੇ ਅਤੇ ਸਰਲ ਤੋਂ ਸਰਲ ਉਹੀ ਹੈ ਜੋ ਮੈਂ ਕੀਤਾ। ਕ੍ਰੋਧ ਮੈਂ ਕੀਤਾ ਕਰੋੜਾਂ ਵਾਰ, ਅਕਰੋਧ ਮੈਂ ਕਦੇ ਕੀਤਾ ਹੀ ਨਹੀਂ। ਸੋ ਕਰੋੜਾਂ ਵਾਰ ਕੀਤੇ ਗਏ ਕ੍ਰੋਧ ਦੀ ਆਪਣੀ ਨਹਿਰ ਬਣੀ ਹੈ। ਇੱਧਰ ਉੱਠੀ ਨਹੀਂ ਸ਼ਕਤੀ ਕਿ ਉੱਧਰ ਵਗੀ ਨਹੀਂ। ਉਹ ਨਹਿਰ ਬਿਲਕੁਲ ਤਿਆਰ ਹੈ, ਉਹ ਉਡੀਕ ਕਰ ਰਹੀ ਹੈ। ਦੂਜੀ ਕੋਈ ਨਹਿਰ ਨਹੀਂ ਹੈ। ਤਾਂ ਆਲਟਰਨੇਟਿਵ ਬਹੁਤ ਘੱਟ ਹੈ। ਸੰਭਾਵਨਾ ਇਹ ਹੈ ਕਿ ਜਦ ਕ੍ਰੋਧ ਦੀ ਹਾਲਤ ਪੈਦਾ ਹੋਵੇ ਤਾਂ ਤੁਸੀਂ ਫੇਰ ਕ੍ਰੋਧ ਕਰ ਜਾਓ, ਕਿਉਂਕਿ ਫਿਰ ਪਛਤਾਓਗੇ। ਫਿਰ ਪਛਤਾਉਣ ਦਾ ਵੀ ਗੁਰੂ ਹੈ। ਇਹ ਹਰ ਵਾਰ ਕ੍ਰੋਧ ਦੇ ਬਗਲ ਦੀ ਚੈਨਲ ਹੈ, ਜੋ ਕਿ ਹਰ ਵਾਰ ਤੁਸੀਂ ਨੇ ਕ੍ਰੋਧ ਕੀਤਾ ਹੈ, ਹਰ ਵਾਰ ਪਛਤਾਏ ਵੀ ਹੋ। ਸੋ ਕ੍ਰੋਧ ਦਾ ਵੀ ਇੱਕ ਰਾਹ ਬਣਿਆ ਹੋਇਆ, ਫਿਰ ਕ੍ਰੋਧ ਦੇ ਪਿੱਛੋਂ ਪਛਤਾਉਣ ਦਾ ਵੀ ਰਾਹ ਬਣਿਆ ਹੋਇਆ। ਉਸੇ ਦਾ ਪਰਛਾਵਾਂ ਹੈ। ਇਸ 'ਚ ਤੁਸੀਂ ਕੋਈ ਨਵਾਂ ਕੰਮ ਨਹੀਂ ਕਰ ਰਹੇ ਹੋ। ਪਹਿਲਾਂ ਵੀ ਪਛਤਾਏ ਸੀ, ਹੁਣ ਫਿਰ ਕ੍ਰੋਧ ਕੀਤਾ, ਫਿਰ ਪਛਤਾਏ। ਉਸੇ ਦੇ ਕੋਲ ਕਸਮ ਖਾਣ ਦਾ ਰਾਹ ਵੀ ਬਣਿਆ ਹੋਇਆ, ਅਤੇ ਉਹ ਸਭ ਰਾਹ ਬਣੇ ਹੋਏ ਹੈ। ਪਹਿਲਾਂ ਵੀ ਕਸਮ ਖਾ ਚੁੱਕਿਆ ਕਿ ਕ੍ਰੋਧ ਨਹੀਂ ਕਰਾਂਗਾ, ਹੁਣ ਫਿਰ ਕਸਮ ਖਾ ਲਵਾਂਗੇ, ਕ੍ਰੋਧ ਨਹੀਂ ਕਰਾਂਗਾ। ਪਰ ਇੱਕ ਗੱਲ ਖਿਆਲ 'ਚ ਨਹੀਂ ਆਏਗੀ ਕਿ ਉਹੀ ਹੋ ਰਿਹਾ ਜੋ ਹੋ ਚੁੱਕਿਆ ਬਹੁਤ ਵਾਰ। ਜਿੰਨੀ ਵਾਰ ਦੁਹਰਾਉਂਦਾ ਜਾਏਗਾ ਓਨਾ ਮਜ਼ਬੂਤ ਹੁੰਦਾ ਚਲਿਆ ਜਾ ਰਿਹਾ ਹੈ। ਤੀਜੀ ਗੱਲ, ਜੋ ਕੁਝ ਵੀ ਅਸਾਂ ਨੇ ਕੀਤਾ ਉਹਨੂੰ ਕਦੇ ਪੂਰਾ ਨਹੀਂ ਕੀਤਾ। ਕ੍ਰੋਧ ਵੀ ਅਸੀਂ ਕਦੇ ਪੂਰਾ ਨਹੀਂ ਕੀਤਾ, ਘਿਰਨਾ ਵੀ ਅਸੀਂ ਕਦੇ ਪੂਰੀ ਨਹੀਂ ਕੀਤੀ, ਦੁਸ਼ਮਣ ਵੀ ਅਸੀਂ ਕਦੇ ਪੂਰੇ ਨਹੀਂ ਹੋਏ। ਕਿਸੇ ਨੂੰ ਮਾਰ ਸੁੱਟਣਾ ਜ਼ਰੂਰ ਚਾਹਿਆ, ਮਾਰ ਹੀ ਨਹੀਂ ਸੁੱਟਿਆ। ਆਪ ਵੀ ਆਤਮ ਹੱਤਿਆ ਕਰਨੀ ਚਾਹੀਏ, ਪਰ ਕੀਤੀ ਨਹੀਂ ਹੈ। ਸੋ ਜੋ ਵੀ ਅਸਾਂ ਨੇ ਕਰਨਾ ਚਾਹਿਆ ਉਹਦਾ ਇੱਕ ਹਿੱਸਾ ਅਸੀਂ ਦਬਾਇਆ ਵੀ ਹੈ। ਉਹ ਸਾਡਾ ਸਪਰੈਸ਼ਨ ਦਾ ਬੋਝ ਹੈ। ਉਹ ਉਡੀਕ ਰਿਹਾ ਹੈ ਹਰ ਵਕਤ। ਉਹ ਹਮੇਸ਼ਾ ਜ਼ੋਰ ਦਿੰਦਾ ਹੈ ਉਸੇ ਨੂੰ ਕਰਨ ਨੂੰ ਜੋ ਤੁਸੀਂ ਰੋਕ ਲਿਆ। ਸੋ ਇੱਧਰ ਨਹਿਰ ਖੁਦੀ ਹੈ, ਇੱਧਰ ਪਿੱਛੇ ਤੋਂ ਫੋਰਸਿਸ ਇਕੱਠੀਆਂ ਹਨ, ਬੜੀਆਂ ਸ਼ਕਤੀਆਂ ਇਕੱਠੀਆਂ ਹਨ ਜੋ ਕਹਿੰਦੀਆਂ ਕਿ ਬਸ ਕਰੋ ਕ੍ਰੋਧ, ਕਿਉਂਕਿ ਉੱਥੇ ਭਰਿਆ ਹੋਇਆ ਬੋਝ ਉਹ ਨਿਕਲਣਾ ਚਾਹੁੰਦਾ ਹੈ। ਇਹ ਤਿੰਨ ਚੀਜ਼ਾਂ ਤੁਹਾਡੇ ਸਭ ਨਿਰਣੇ ਤੋੜ ਦੇਣਗੀਆਂ। ਇੱਥੇ ਨਿਕਾਸ ਮਿਲ ਜਾਏਗਾ। ਮੈਂ ਇਹਨਾਂ ਤਿੰਨਾਂ ਨਾਲ ਨਿਪਟਣ ਦੇ ਲਈ ਜੋ ਮੈਂ ਧਿਆਨ ਦੱਸ ਰਿਹਾ ਉਹ ਹੈ ਕਥਾਰਸਿਸ। ਇਸ ਲਈ ਕਥਾਰਸਿਸ ਉਸ ਵਿੱਚ ਮੇਰਾ ਪਹਿਲਾ ਹਿੱਸਾ ਹੈ। ਕਥਾਰਸਿਸ ਵਿੱਚ ਦੋ ਗੱਲਾਂ ਹਨ। ਇੱਕ ਤਾਂ ਜੋ ਮੇਰੇ ਅੰਦਰ ਭਰਿਆ ਹੈ, ਪੁਰਾਣਾ ਦਬਾਇਆ ਹੋਇਆ, ਉਹਨੂੰ ਮੁਕਤ ਕਰਨਾ, ਉਹਦਾ ਰੇਚਨ ਕਰਨਾ। ਹੁਣ ਇਹ ਜੋ ਪੁਰਾਣਾ ਦਬਾਇਆ ਹੋਇਆ, ਜੇਕਰ ਕਿਸੇ ਦੇ ਉੱਪਰ ਇਹਦਾ ਰੇਚਨ ਕੀਤਾ ਜਾਏ ਤਾਂ ਫਿਰ ਉਪੱਦਰ ਸ਼ੁਰੂ ਹੋ ਜਾਣਗੇ। ਜੇ ਅੰਦਰ ਦਬਾਏ ਹੋਏ ਕ੍ਰੋਧ ਦੀ ਇੱਕ ਮਿਕਦਾਰ ਹੈ, ਉਹ ਜੇ ਮੈਂ ਤੁਹਾਡੇ ਉੱਤੇ ਕੱਢਾਂ ਤਾਂ ਤੁਸੀਂ ਬੈਠੇ ਤਾਂ ਨਹੀਂ ਰਹੋਗੇ, ਤੁਸੀਂ ਵੀ ਜਵਾਬ ਦਿਓਗੇ। ਤੁਸੀਂ ਵੀ ਮੇਰੇ ਵਰਗੇ ਆਦਮੀ ਹੋ, ਤੁਸੀਂ ਵੀ ਸੋਟੀ ਲੈ ਕੇ ਖੜੇ ਹੋ ਜਾਓਗੇ। ਤਾਂ ਮੈਂ ਜਿੰਨਾ ਕੱਢਾਂਗਾ ਉਹਨਾਂ ਫਿਰ ਉਹ ਤੋਂ ਦੁੱਗਣਾ ਤੁਸੀਂ ਪੈਦਾ ਕਰ ਦਿਓਗੇ। ਉਹਨੂੰ ਫਿਰ ਦਬਾਉਣਾ ਪਏਗਾ, ਕਿਉਂਕਿ ਸਿਲਸਿਲਾ ਕਿਤੇ ਤਾਂ ਤੋੜਨਾ ਪਏਗਾ। ਫਿਰ ਦਬਾ ਲਵਾਂਗਾ। ਸੋ ਕਿਸੇ ਉੱਤੇ ਕੱਢਣ ਨਾਲ ਰੇਚਨ ਕਦੇ ਨਹੀਂ ਹੋ ਸਕਦਾ। ਕਿਸੇ ਉੱਤੇ ਤਾਂ ਅਸੀਂ ਕੱਢਦੇ ਹੀ ਰਹੇ ਹਾਂ ਅਤੇ ਰੇਚਨ ਨਹੀਂ ਹੋਇਆ। ਇਸ ਲਈ ਕਥਾਰਸਿਸ ਇਨ ਵੈਕਿਊਮ ਹੈ, ਕਥਾਰਸਿਸ ਅਨਡਾਇਰੈਕਟਿਡ ਹੈ। ਇਹਦੀ ਜ਼ਰੂਰਤ ਹੈ ਕਿ ਮੈਂ ਕੱਢਾਂਗਾ ਕ੍ਰੋਧ, ਲੇਕਿਨ ਕਿਸੇ ਉੱਤੇ ਨਹੀਂ। ਹਵਾ 'ਚ ਕੱਢਾਂਗਾ, ਖਾਲੀਪਨ 'ਚ ਕੱਢਾਂਗਾ, ਜਿਸ 'ਚ ਪਰਤਵਾਂ ਪ੍ਰਤੀਕਰਮ ਨਾ ਹੋਵੇ ਉਹਦਾ। ਸੋ ਜੋ ਪਰਤਵਾਂ ਪ੍ਰਤੀਕਰਮ ਜੇਕਰ ਨਾ ਹੋਵੇ ਤਾਂ ਮੈਂ ਨਵਾਂ ਪ੍ਰਾਪਤ ਨਾ ਕਰਾਂ। ਇੱਕ ਦੂਜੀ ਘਟਨਾ ਵਾਪਰੇਗੀ ਜੇ ਹਵਾ 'ਚ ਮੇਰਾ ਕ੍ਰੋਧ ਨਿਕਲ ਜਾਏ, ਜੋ ਕਿ ਆਮ ਤੌਰ 'ਤੇ ਤੁਹਾਨੂੰ ਪਾਗਲਪਨ ਮਾਲੂਮ ਹੋਏਗਾ। ਇਸ ਲਈ ਮਾਸ ਮੈਡੀਟੇਸ਼ਨ ਉੱਤੇ ਮੇਰਾ ਜ਼ੋਰ ਹੈ। ਸ਼ੁਰੂ ਵਿੱਚ ਇਕੱਲੇ 'ਚ ਤੁਸੀਂ ਬਿਲਕੁਲ ਪਾਗਲ ਮਾਲੂਮ ਹੋਗੇ। ਇਕੱਲੇ 'ਚ ਤੁਹਾਨੂੰ ਲੱਗੇਗਾ ਮੈਂ ਇਹ ਕੀ ਕਰ ਰਿਹਾ। ਬੜੇ ਮਜ਼ੇ ਦੀ ਗੱਲ ਹੈ, ਜੇ 200 ਲੋਕ ਉਹੀ ਕਰ ਰਹੇ ਤਾਂ ਫਿਰ ਤੁਸੀਂ ਪਾਗਲ ਨਹੀਂ ਮਾਲੂਮ ਹੋਗੇ, ਕਿਉਂਕਿ ਤੁਹਾਨੂੰ ਲੱਗ ਰਿਹਾ ਕਿ ਮੈਂ ਹੀ ਨਹੀਂ ਕਰ ਰਿਹਾ, ਇਹ 199 ਲੋਕ ਹੋਰ ਕਰ ਰਹੇ ਆ। ਅਸਲ 'ਚ ਸਾਡੇ ਪਾਗਲ ਅਤੇ ਨਾ ਪਾਗਲ ਹੋਣ ਦਾ ਜੋ ਨਿਰਣਾ ਹੈ ਉਹ ਵੀ ਸਮੂਹ ਤੋਂ ਦਿੱਤਾ ਹੋਇਆ ਨਿਰਣਾ ਹੀ ਹੈ।
ਕਿਸੇ ਮੁਲਕ 'ਚ ਜੇਕਰ ਮਿਲ ਕੇ ਦੋ ਬੰਦੇ ਨੱਕ ਰਗੜ ਕੇ ਨਮਸਕਾਰ ਕਰਦੇ ਆ ਤਾਂ ਪਾਗਲਪਨ ਨਹੀਂ ਹੈ, ਕਿਉਂਕਿ ਪੂਰਾ ਮੁਲਕ ਕਰਦਾ ਹੈ। ਅੱਜ ਬੰਬਈ 'ਚ ਜਾ ਕੇ ਕਿਸੇ ਨੂੰ ਨਮਸਕਾਰ ਨੱਕ ਰਗੜ ਕੇ ਕਰੋ ਤਾਂ ਪਾਗਲ ਹੋ। ਉਹ ਆਦਮੀ ਵੀ ਚੌਂਕੇਗਾ, ਆਸ-ਪਾਸ ਦੇ ਲੋਕ ਵੀ ਚੌਂਕ ਜਾਣਗੇ। ਲੇਕਿਨ ਫ਼ਰਕ ਕੀ ਹੈ? ਫ਼ਰਕ ਸਿਰਫ ਇੰਨਾ ਕਿ ਇੱਥੇ ਅਸੀਂ ਇਕੱਲੇ ਪੈ ਗਏ ਅਤੇ ਉੱਥੇ ਪੂਰੀ ਭੀੜ ਉਹੀ ਕਰ ਰਹੀ ਹੈ। ਅਫਰੀਕਨ ਔਰਤ ਹੈ, ਉਹ ਸਿਰ ਟਿੰਡ ਕਰਵਾ ਕੇ ਸੁੰਦਰ ਹੋ ਜਾਂਦੀ ਹੈ, ਕਿਉਂਕਿ ਬਾਕੀ ਸਾਰੀਆਂ ਔਰਤਾਂ ਵੀ ਸਿਰ ਟਿੰਡ ਕਰਵਾ ਕੇ ਸੁੰਦਰ ਹੁੰਦੀਆਂ। ਹਿੰਦੁਸਤਾਨ 'ਚ ਕੋਈ ਔਰਤ ਸਿਰ ਟਿੰਡ ਕਰਵਾਉਣ ਨੂੰ ਰਾਜੀ ਨਹੀਂ ਹੋਏਗੀ। ਉਹ ਕਹਿਣਗੀਆਂ ਮੈਂ ਕੋਈ ਬਦਸ਼ਕਲ ਬਣਨਾ, ਮੈਂ ਕੋਈ ਭੂਤ ਪ੍ਰੇਤ ਬਣਨਾ। ਅਫਰੀਕਨ ਔਰਤ ਕਿਉਂ ਕਰ ਪਾ ਰਹੀ ਹੈ? ਬਾਕੀ ਸਾਰੀ ਭੀੜ ਉਹੀ ਕਰ ਰਹੀ ਹੈ। ਅਸਲ 'ਚ ਸਾਡੇ ਪਾਗਲ ਅਤੇ ਗੈਰ ਪਾਗਲ ਹੋਣ ਦਾ ਪਤਾ ਹੀ ਸਾਨੂੰ ਸਿਰਫ ਇਸ ਲਈ ਲੱਗਦਾ ਹੈ ਕਿ ਅਸੀਂ ਇਕੱਲੇ ਤਾਂ ਨਹੀਂ ਰਹਿ ਗਏ। ਇਸ ਲਈ ਮੇਰਾ ਜ਼ੋਰ ਹੈ ਕਿ ਜੋ ਕਥਾਰਸਿਸ ਹੈ ਤੁਸੀਂ ਇਕੱਲੇ 'ਚ ਇਹਨੂੰ ਕਰ ਨਹੀਂ ਪਾਓਗੇ। ਕਰ ਸਕੋ ਤਾਂ ਚੰਗਾ ਹੈ, ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿ ਇਕੱਲੇ 'ਚ ਕੋਈ ਕਰ ਸਕੇ, ਪਰ ਕਰ ਨਹੀਂ ਪਾਏਗਾ ਇਕੱਲੇ 'ਚ। ਉਹਨੂੰ ਖੁਦ ਹੀ ਲੱਗੇਗਾ ਕਿ ਮੈਂ ਘਸੁੰਨ ਕਿਹਨੂੰ ਮਾਰ ਰਿਹਾ, ਕਿਉਂਕਿ ਸਾਡੀ ਹਮੇਸ਼ਾ ਦੀ ਜੋ ਆਦਤ ਹੈ ਉਹ ਕਿਸੇ ਨੂੰ ਘਸੁੰਨ ਮਾਰਨ ਦੀ, ਹਵਾ 'ਚ ਘਸੁੰਨ ਮਾਰਨ ਦੀ। ਹਵਾ 'ਚ ਘਸੁੰਨ ਮਾਰਨ ਤੋਂ ਅਸੀਂ ਪਾਗਲ ਇਹ ਕੀ ਪਾਗਲਪਨ ਕਰ ਰਹੇ ਹਾਂ। ਹਵਾ 'ਚ ਘਸੁੰਨ ਅਸੀਂ ਸਿਰਫ ਪਾਗਲਾਂ ਨੂੰ ਮਾਰਦਿਆਂ ਵੇਖਿਆ, ਹਵਾ 'ਚ ਚਿল্ਲਾਉਂਦਿਆਂ ਸਿਰਫ ਪਾਗਲਾਂ ਨੂੰ ਵੇਖਿਆ। ਨਹੀਂ, ਕੋਈ ਮੌਜੂਦ ਹੈ, ਬੋਲਦੇ ਸਿਰਫ ਪਾਗਲਾਂ ਨੂੰ ਦੇਖਿਆ। ਅਸੀਂ ਤਾਂ ਸਾਰੇ ਸਮਝਦਾਰ, ਕੋਈ ਹੋਵੇ ਤਾਂ ਬੋਲਦੇ ਹਾਂ, ਕੋਈ ਹੋਵੇ ਤਾਂ ਘਸੁੰਨ ਮਾਰਦੇ ਹਾਂ, ਕੋਈ ਹੋਵੇ ਤਾਂ ਮਾफ़ੀ ਮੰਗਦੇ ਹਾਂ, ਕੋਈ ਹੋਵੇ ਤਾਂ ਚਿল্ਲਾਉਂਦੇ ਹਾਂ, ਕੋਈ ਕਾਰਨ ਹੋਵੇ ਤਾਂ ਅਸੀਂ ਬੋਲਦੇ ਹਾਂ, ਕੋਈ ਕਾਰਨ ਹੋਵੇ ਤਾਂ ਅਸੀਂ ਹੱਸਦੇ ਹਾਂ। ਅਕਾਰਨ ਤਾਂ ਅਸੀਂ ਕੁਛ ਵੀ ਨਹੀਂ ਕਰਦੇ। ਜੇ ਠੀਕ ਤਰ੍ਹਾਂ ਨਾਲ ਸਮਝੋ ਤਾਂ ਅਕਾਰਨ ਕਰਨ ਵਾਲੇ ਆਦਮੀ ਨੂੰ ਅਸੀਂ ਪਾਗਲ ਆਖਦੇ ਹਾਂ। ਇਸ ਲਈ ਇੱਕ ਆਦਮੀ ਬੈਠਾ ਇੱਥੇ, ਅਚਾਨਕ ਇੱਥੇ ਹੱਸਣ ਲੱਗੇ ਖਿੜਖਿੜਾ ਕੇ, ਅਸੀਂ ਕਹਾਂਗੇ ਪਾਗਲ ਹੈ, ਕਿਉਂਕਿ ਅਸੀਂ ਕੋਈ ਗੱਲ ਵੀ ਨਹੀਂ ਕੀਤੀ। ਅਜੇ ਤਾਂ ਕੋਈ ਚਰਚਾ ਨਹੀਂ ਸੀ। ਚਰਚਾ ਹੋਵੇ, ਕਿੱਲੀ ਹੋਵੇ ਟੰਗਣ ਨੂੰ ਤਾਂ ਫਿਰ ਹੱਸੇ ਤਾਂ ਅਸੀਂ ਕਹਾਂਗੇ ਚਲੇਗਾ। ਇਸ ਲਈ ਕਥਾਰਸਿਸ ਜੋ ਹੈ ਉਹ ਮੇਰੀ ਦ੍ਰਿਸ਼ਟੀ 'ਚ ਮਾਸ ਹੀ ਸ਼ੁਰੂ ਕੀਤੀ ਜਾ ਸਕਦੀ ਹੈ। ਇੰਨੇ ਹੌਸਲੇ ਦੇ ਲੋਕ ਬਹੁਤ ਘੱਟ ਹਨ ਕਿ ਉਹ ਇਕੱਲੇ 'ਚ ਕਥਾਰਸਿਸ ਕਰ ਸਕਣ। ਇਕੱਲੇ 'ਚ ਕਿਸੇ ਨਾ ਕਿਸੇ ਤਰ੍ਹਾਂ ਦਾ ਰੈਜ਼ਿਸਟੈਂਸ ਬਣਿਆ ਹੀ ਰਹੇਗਾ। ਇਕੱਲੇ 'ਚ ਤਾਂ ਕਿਉਂਕਿ ਇਕੱਲੇ ਹੀ ਤੁਸੀਂ ਹੋ ਅਤੇ ਤੁਹਾਨੂੰ ਪੂਰਾ ਸਮਾਂ ਇਹ ਖਿਆਲ ਬਣਿਆ ਰਹੇਗਾ ਕਿ ਮੈਂ ਜੋ ਕਰ ਰਿਹਾ ਇਹ ਕੀ ਕਰ ਰਿਹਾ, ਕੋਈ ਪਾਗਲਪਨ ਤਾਂ ਨਹੀਂ ਕਰ ਰਿਹਾ। ਪਰ 2000 ਆਦਮੀ ਕਰ ਰਹੇ ਆ, 10,000 ਆਦਮੀ ਕਰ ਰਹੇ ਆ। ਇਸ ਲਈ ਮੇਰਾ ਇਰਾਦਾ ਹੈ ਕਿ ਇਹਨੂੰ ਜਿੰਨੇ ਵੱਡੇ ਵਿਆਪਕ ਪੈਮਾਨੇ 'ਤੇ ਕੀਤਾ ਜਾਏ, 10,000 ਆਦਮੀ ਕਰਨਗੇ, ਤੁਸੀਂ ਹੋਰ ਵੀ ਜ਼ਿਆਦਾ ਆਸਾਨ ਮਹਿਸੂਸ ਕਰੋਗੇ। ਜਦ ਤੁਹਾਡੇ ਪਾਗਲ ਹੋਣ ਦਾ ਡਰ ਨਾ ਰਿਹਾ, 10,000 ਆਦਮੀ ਪਾਗਲ ਨਹੀਂ ਹਨ, ਤੁਸੀਂ ਉਹ ਸਭ ਚਿਹਰੇ ਦੇਖ ਰਹੇ ਹੋ ਜੋ ਪਾਗਲ ਨਹੀਂ ਹਨ। ਤੁਹਾਡੇ ਆਪਣੇ ਚਿਹਰੇ 'ਤੇ ਸ਼ੱਕ ਹੋ ਸਕਦਾ ਹੈ। ਸਭ ਆਦਮੀਆਂ ਨੂੰ ਸ਼ੱਕ ਹੁੰਦਾ ਹੈ ਆਪਣੇ ਉੱਤੇ ਕਿ ਉਹ ਕਦੇ ਪਾਗਲ ਹੋ ਸਕਦੇ ਆ, ਕਿਉਂਕਿ ਅੰਦਰ ਉਹ ਜੋ ਚੱਲਦਾ ਦੇਖਦੇ ਆ ਉਹ ਹੈ ਵੀ ਪਾਗਲ ਹੋਣ ਦੇ ਨੇੜੇ। ਉੱਥੇ ਸਦਾ ਹੀ ਕਹਿਣਾ ਚਾਹੀਦਾ ਹੈ ਵਾਲਕੈਨੋ ਉੱਤੇ ਹੀ ਅਸੀਂ ਬੈਠੇ ਹੋਏ ਹਾਂ। ਜਦ ਤੁਸੀਂ ਦੇਖਦੇ ਹੋ ਕਿ ਮੈਜਿਸਟ੍ਰੇਟ ਪਿੰਡ ਦਾ ਵੀ ਕਰ ਰਿਹਾ, ਵਕੀਲ ਵੀ ਕਰ ਰਿਹਾ, ਡਾਕਟਰ ਵੀ ਕਰ ਰਿਹਾ, ਪ੍ਰੋਫੈਸਰ ਵੀ ਕਰ ਰਿਹਾ, ਬਿਰਧ ਵੀ ਕਰ ਰਿਹਾ, ਜਵਾਨ ਵੀ ਕਰ ਰਿਹਾ, ਇਹ ਤੁਹਾਡੇ ਖਿਆਲ ਤੋਂ ਉਸੇ ਵੇਲੇ ਗੱਲ ਉਤਰ ਜਾਂਦੀ ਹੈ ਕਿ ਕੋਈ ਪਾਗਲਪਨ ਹੋ ਰਿਹਾ। ਇਹ ਉਤਰ ਜਾਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਕਥਾਰਸਿਸ ਨਹੀਂ ਹੋ ਪਾਏਗੀ। ਇਸ ਲਈ ਕਥਾਰਸਿਸ ਮਾਸ ਹੀ ਹੋ ਸਕਦੀ ਹੈ। ਹੁਣ ਪੱਛਮ 'ਚ ਗਰੁੱਪ ਥੈਰੇਪੀ 'ਤੇ ਬਹੁਤ ਜ਼ੋਰ ਵਧਿਆ ਹੈ। ਮੈਂ ਮੰਨਦਾ ਹਾਂ ਜ਼ੋਰ ਵਾਜਬ ਹੈ। ਇੱਕ ਆਦਮੀ ਨੂੰ ਇਕੱਲੇ 'ਚ ਉਹਦੇ ਦਿਮਾਗ ਨੂੰ ਠੀਕ ਕਰਨਾ ਕਠਿਨ ਪਾਣ ਲੱਗੇ ਹਨ ਉਹ ਵੀ, ਪਰ ਇੱਕ ਗਰੁੱਪ 'ਚ ਉਹਨੂੰ ਠੀਕ ਕਰਨਾ ਵਧੇਰੇ ਸੌਖਾ ਹੋ ਜਾਂਦਾ ਹੈ, ਕਿਉਂਕਿ ਗਰੁੱਪ 'ਚ ਉਹ ਐਟ ਈਜ਼ ਹੋ ਜਾਂਦਾ ਹੈ। ਸੋ ਇਹ ਜ਼ਰਾ ਖਿਆਲ 'ਚ ਲੈ ਲੈਣ ਜਿਹਾ ਕਿ ਇੱਕ ਆਦਮੀ ਇਕੱਲੇ 'ਚ ਤੰਦਰੁਸਤ ਹੈ। ਆਮ ਤੌਰ 'ਤੇ ਜਿਹਨੂੰ ਅਸੀਂ ਨੋਰਮਲ ਆਦਮੀ ਕਹਿੰਦੇ ਹਾਂ, ਉਹਨੂੰ ਵੀ ਇਕੱਲੇ 'ਚ ਅਸੀਂ 2-4 ਸਾਲ ਇੱਕ ਕਮਰੇ 'ਚ ਡੱਕ ਦਈਏ ਤਾਂ ਉਹ ਪਾਗਲ ਹੋ ਜਾਏਗਾ। ਇਹ ਉਹੀ ਆਦਮੀ ਹੈ, ਇਕੱਲਾ ਹੀ ਕਰੇਗਾ। ਇਕੱਲਾ ਇਹਨੂੰ ਪਾਗਲ ਨਹੀਂ ਬਣਾ ਸਕਦਾ, ਇਕੱਲਾਪਣ। ਪਰ ਇਹ ਪਾਗਲ ਕਿਉਂ ਹੋਇਆ ਜਾ ਰਿਹਾ ਹੈ? ਅਸਲ 'ਚ ਇਹ ਉਹੀ ਕੰਮ ਇਕੱਲੇਪਨ 'ਚ ਕਰਨਾ ਸ਼ੁਰੂ ਕਰੇਗਾ ਜੋ ਉਹਨੇ ਕਿਸੇ ਦੇ ਨਾਲ ਕੀਤੇ ਸੀ, ਲੇਕਿਨ ਵਜ੍ਹਾ ਸੀ ਇਹਦੇ ਕੋਲ। ਹੁਣ ਬੇਵਜ੍ਹਾ ਹੋ ਜਾਏਗਾ ਮਾਮਲਾ। ਤਦ ਇਹ ਕ੍ਰੋਧਿਤ ਹੋਇਆ ਸੀ, ਇਹਨੇ ਕਿਹਾ ਸੀ ਕ੍ਰੋਧ ਦਾ ਕਾਰਨ ਹੈ ਕਿਉਂਕਿ ਲੜਕੇ ਨੇ ਗਲਤੀ ਕੀਤੀ ਹੈ। ਹੁਣ ਵੀ ਕ੍ਰੋਧ ਆਏਗਾ, ਕਿਉਂਕਿ ਕ੍ਰੋਧ ਬਾਹਰ ਨਾਲ ਬੱਝੀ ਹੋਈ ਚੀਜ਼ ਨਹੀਂ ਹੈ, ਉਹ ਸਾਡੀਆਂ ਅੰਦਰਲੀਆਂ ਅਵਸਥਾਵਾਂ ਵਿੱਚੋਂ ਹੈ। ਹੁਣ ਵੀ ਕ੍ਰੋਧ ਆਏਗਾ। ਹੁਣ ਕੋਈ ਲੜਕਾ ਨਹੀਂ ਹੈ, ਕੋਈ ਪਤਨੀ ਨਹੀਂ ਹੈ, ਕੰਧਾਂ ਹਨ। ਹੁਣ ਕਿਹਨੂੰ ਕ੍ਰੋਧ ਕਰੇਗਾ? ਕੁਛ ਦਿਨ ਰੋਕੇਗਾ, ਦਬਾਏਗਾ, ਫਿਰ ਵਾਸਤੇ ਬਾਹਰ ਹੋ ਜਾਏਗਾ। ਫਿਰ ਇੱਕ ਕੰਧ ਨੂੰ ਗਾਲਾਂ ਦੇਣ ਲੱਗੇਗਾ। ਕੰਧਾਂ ਨੂੰ ਜਿਸ ਦਿਨ ਇਹਨੇ ਵੀ ਗਾਲ ਦਿੱਤੀ, ਇਹ ਵੀ ਜਾਣੇਗਾ ਕਿ ਮੈਂ ਪਾਗਲ ਹੋ ਗਿਆ। ਬਾਹਰ ਦੇ ਲੋਕ ਵੀ ਜਾਣ ਰਹੇ ਹੈ ਕਿ ਇਹ ਆਦਮੀ ਪਾਗਲ ਹੋ ਗਿਆ, ਕਿਉਂਕਿ ਹੁਣ ਇਹ ਅਕਾਰਨ ਕੰਮ ਕਰ ਰਿਹਾ ਹੈ। ਕਥਾਰਸਿਸ ਦਾ ਮਤਲਬ ਹੈ ਜੋ ਅਸੀਂ ਸਦਾ ਆਬਜੈਕਟ ਦੇ ਨਾਲ ਕੀਤਾ ਹੈ, ਹੁਣ ਉਹਨੂੰ ਅਸੀਂ ਅਨਕੌਜ਼ਲ ਕਹਿ ਰਹੇ ਹਾਂ, ਅਨਡਾਇਰੈਕਟਿਡ। ਸੋ ਇਹਦੇ ਲਈ ਵੱਡਾ ਗਰੁੱਪ ਹੋਵੇ ਤਾਂ ਆਸਾਨ ਹੋ ਜਾਏਗਾ।
ਦੂਜੀ ਗੱਲ ਇਹ ਕਿ ਜੇ ਅਸੀਂ ਅਕਾਰਨ ਕੀਤਾ ਤਾਂ ਜਿਹੜਾ ਕ੍ਰੋਧ ਸਦਾ ਕਾਰਨ ਨਾਲ ਚੱਲਦਾ ਸੀ, ਉਹ ਵੱਜੀ ਹੋਈ ਨਹਿਰ ਤੋਂ ਵਗਦਾ ਸੀ। ਵੱਜੀ ਹੋਈ ਨਹਿਰ ਸਦਾ ਡਾਇਰੈਕਸ਼ਨ 'ਚ ਹੁੰਦੀ ਹੈ। ਹੁਣ ਇਹ ਅਕਾਰਨ ਹੈ, ਓਵਰਫਲੋ ਹੋਏਗਾ। ਅਨਡਾਇਰੈਕਟਿਡ ਹੋਣ ਦੀ ਵਜ੍ਹਾ ਕਰਕੇ ਇਹਦੀ ਕੋਈ ਚੈਨਲਾਈਜੇਸ਼ਨ ਨਹੀਂ ਹੋਏਗੀ, ਕਿਉਂਕਿ ਤੁਹਾਡੇ ਉੱਤੇ ਜੇ ਮੈਂ ਕ੍ਰੋਧ ਕਰਨਾ ਸੀ ਤਾਂ ਤੁਹਾਡੇ ਤੇ ਮੇਰੇ ਵਿਚਾਲੇ ਇੱਕ ਰਾਹ ਬਣਦਾ ਹੈ ਕ੍ਰੋਧ ਦਾ, ਪਰ ਅਸੀਂ ਕਿਸੇ ਉੱਤੇ ਕ੍ਰੋਧ ਨਹੀਂ ਕਰਨਾ, ਇਸ ਲਈ ਡਾਇਮੈਂਸ਼ਨਲੈਸ ਹੋਏਗਾ। ਕਥਾਰਸਿਸ ਜੋ ਹੈ ਉਹ ਡਾਇਮੈਂਸ਼ਨਲੈਸ ਹੀ ਹੋ ਸਕਦੀ ਹੈ। ਜੇ ਇਸ ਵਿੱਚ ਡਾਇਮੈਂਸ਼ਨ ਹੈ ਤਾਂ ਫਿਰ ਕਥਾਰਸਿਸ ਨਹੀਂ ਹੋ ਸਕਦੀ। ਇਹ ਓਵਰਫਲੋ ਹੋਏਗਾ, ਇਹ ਪੋਰ ਦੀ ਤਰ੍ਹਾਂ ਹੋਏਗਾ, ਹੜ੍ਹ ਦੀ ਤਰ੍ਹਾਂ ਹੋਏਗਾ ਜੋ ਕੰਢੇ ਤੋੜ ਦੇਗਾ। ਕੰਢੇ ਟੁੱਟ ਜਾਣੇ ਜ਼ਰੂਰੀ ਹਨ, ਤਦੇ ਤੁਸੀਂ ਪੂਰੀ ਤਰ੍ਹਾਂ ਖਾਲੀ ਹੋ ਸਕਦੇ ਹੋ, ਕਿਉਂਕਿ ਇੰਨਾ ਕ੍ਰੋਧ ਹੈ ਜਨਮਾਂ ਜਨਮਾਂ ਦਾ, ਇੰਨੀ ਵਾਸਨਾ ਹੈ, ਇੰਨਾ ਕਾਮ ਹੈ, ਉਹ ਸਭ ਇਕੱਠਾ ਹੈ, ਉਹ ਪੂਰਾ ਕਰ ਦੇਣਾ ਚਾਹੀਦਾ ਹੈ। ਦੂਜਾ, ਜਦ ਇਹ ਬੰਦ ਤੋੜ ਕੇ ਵਗਦਾ ਹੈ ਫਿਰ ਇਹਦੇ ਕੋਈ ਰਾਹ ਨਹੀਂ ਬਣਦੇ। ਜਦ ਇਹ ਵਹਿ ਜਾਂਦਾ ਹੈ ਚੰਗਾ, ਜਗ੍ਹਾ ਖਾਲੀ ਛੁੱਟ ਜਾਂਦੀ ਹੈ, ਇਹਦੇ ਪਿੱਛੇ ਜਗ੍ਹਾ ਖਾਲੀ ਹੋ ਪਾਉਂਦੀ ਹੈ, ਵੱਜੇ ਰਾਹ ਨਹੀਂ ਰਹਿ ਜਾਂਦੇ। ਅਤੇ ਇੱਕ ਦਫਾ ਤੁਸੀਂ ਕ੍ਰੋਧ ਨੂੰ ਜੇ ਅਕਾਰਨ ਵਹਿੰਦਿਆਂ ਵੇਖਿਆ, ਇੱਕ ਵਾਰ ਵੀ ਮਹਿਸੂਸ ਕਰ ਲਿਆ ਕਾਰਨ, ਤਾਂ ਹੁਣ ਤੁਸੀਂ ਕਾਰਨ ਨਹੀਂ ਭਾਲੋਗੇ ਕਦੇ ਕ੍ਰੋਧ ਦੇ ਲਈ। ਇੱਕ ਵਾਰ ਤੁਸੀਂ ਉਹਨੂੰ ਸਾਰੇ ਰਸਤੇ ਤੋੜ ਕੇ ਵਹਿੰਦਾ ਦੇਖ ਲਿਆ ਤਾਂ ਜਿਹੜੇ ਪੁਰਾਣੇ ਵੱਜੇ ਹੋਏ ਰਾਹ ਸੀ ਉਹ ਨਸ਼ਟ ਹੋ ਗਏ, ਉਹ ਟੁੱਟ ਗਏ। ਪੁਰਾਣੇ ਘਾਟ ਟੁੱਟ ਗਏ, ਪੁਰਾਣਾ ਪਸ਼ਚਾਤਾਪ ਟੁੱਟ ਗਿਆ, ਪ੍ਰਾਸ਼ਚਿਤ ਟੁੱਟ ਗਿਆ, ਉਹ ਗਿਆ ਸਭ। ਇਹ ਮਨ ਖਾਲੀ ਹੋ ਜਾਏ, ਆਦਤ ਤੋਂ ਅਤੇ ਦਮਨ ਤੋਂ, ਦੋਨਾਂ ਤੋਂ ਖਾਲੀ ਹੋ ਜਾਏ, ਤਾਂ ਫਿਰ ਜਿਹਨੂੰ ਮੈਂ ਜਾਗਰੂਕਤਾ ਕਹਿ ਰਿਹਾ ਉਹ ਸਰਲ ਵਹਿਣਾ ਹੋ ਜਾਏਗਾ। ਹੁਣ ਲੋਕਾਂ ਨੂੰ ਲੱਗਦਾ ਹੈ ਸਦਾ ਅਜਿਹਾ ਕਿ 3 ਦਿਨਾਂ 'ਚ ਕਿਵੇਂ ਹੋ ਜਾਏਗਾ। ਸਮੇਂ ਦੇ ਬਾਬਤ ਵੀ ਸਾਡੀਆਂ ਬੜੀਆਂ ਅਜੀਬ ਧਾਰਨਾਵਾਂ ਹਨ। ਅਸਲ 'ਚ ਸਾਨੂੰ ਇਹ ਖਿਆਲ ਨਹੀਂ ਹੈ ਕਿ ਕੋਈ ਵੀ ਟੈਕਨੀਕ ਘੱਟ ਵਿਕਸਿਤ ਹੋਵੇ ਤਾਂ ਜ਼ਿਆਦਾ ਸਮਾਂ ਲੈਂਦੀ ਹੈ। ਬੈਲ ਗੱਡੀ 'ਚ ਚੱਲਦਾ ਸੀ ਜੋ ਆਦਮੀ, ਉਹਦੀ ਕਲਪਨਾ 'ਚ ਨਹੀਂ ਹੋ ਸਕਦਾ ਸੀ ਕਿ ਘੰਟੇ ਭਰ 'ਚ ਦਿੱਲੀ ਪਹੁੰਚ ਜਾਏਗਾ। ਘੰਟੇ ਭਰ 'ਚ ਦਿੱਲੀ ਪਹੁੰਚਣ ਦੀ ਕੋਈ ਅੰਦਰੂਨੀ ਕਠਿਨਾਈ ਨਹੀਂ ਹੈ। ਬੈਲ ਗੱਡੀ ਦੀ ਟੈਕਨੀਕ ਦੀ ਤਕਲੀਫ ਹੈ ਉਹਦੇ ਦਿਮਾਗ 'ਚ, ਉਹਦਾ ਜੋ ਟਾਈਮ ਸਕੇਲ ਹੈ ਉਹ ਬੈਲ ਗੱਡੀ ਦਾ ਹੈ। ਉਹ ਅਨੁਭਵ ਨਾਲ ਕਹਿ ਰਿਹਾ ਹੈ ਕਿ ਇਹ ਹੋ ਹੀ ਨਹੀਂ ਸਕਦਾ ਕਿ ਘੰਟੇ ਭਰ 'ਚ ਦਿੱਲੀ ਤੁਸੀਂ ਪਹੁੰਚ ਜਾਓਗੇ। ਇਹ ਤਾਂ ਹੋ ਨਹੀਂ ਸਕਦਾ ਕਿ ਚੰਦ ਉੱਤੇ ਤੁਸੀਂ ਪਹੁੰਚ ਜਾਓਗੇ, ਕਿਉਂਕਿ ਬੈਲ ਗੱਡੀ ਨੂੰ ਚੰਦ ਉੱਤੇ ਕਿਵੇਂ ਲੈ ਜਾਓਗੇ। ਅੱਜ ਤੋਂ 100 ਸਾਲ ਪਹਿਲਾਂ ਸਿਰਫ ਬੱਚਿਆਂ ਦੀਆਂ ਕਹਾਣੀਆਂ ਸੀ, ਕਹਾਣੀਆਂ ਲਿਖ ਸਕਦੇ ਸੀ ਚੰਦ ਉੱਤੇ ਪਹੁੰਚਣ ਦੀਆਂ। ਕੋਈ ਬੁੱਧੀਮਾਨ ਆਦਮੀ, ਕੋਈ ਪ੍ਰੌੜ ਆਦਮੀ ਇਹ ਗੱਲ ਨਹੀਂ ਕਰਦਾ ਕਿ ਕੀ ਬਚਕਾਨੀਆਂ ਗੱਲਾਂ ਕਰ ਰਹੇ ਹੋ, ਕਿਉਂਕਿ ਸਾਡੇ ਕੋਲ ਜਿਹੜੇ ਸਾਧਨ ਸਨ ਯਾਤਰਾ ਦੇ, ਉਹਨਾਂ ਨਾਲ ਕੋਈ ਸੰਬੰਧ ਹੀ ਨਹੀਂ ਜੁੜਦਾ ਸੀ। ਠੀਕ ਉਵੇਂ ਹੀ ਧਿਆਨ ਦੀ ਜੋ ਸਥਿਤੀ ਹੈ ਉਹ ਕਰੀਬ ਕਰੀਬ ਉੱਥੇ ਹੀ ਠਹਿਰ ਗਈ ਹੈ ਜਿੱਥੇ ਬੈਲ ਗੱਡੀ ਠਹਿਰੀ ਸੀ। ਯਾਨੀ ਜਿਸ ਵਕਤ ਬੈਲ ਗੱਡੀ ਸਾਡੀ ਆਮ ਸਵਾਰੀ ਸੀ, ਘੋੜਾ ਸਾਡੀ ਤੇਜ਼ ਤੋਂ ਤੇਜ਼ ਸਵਾਰੀ ਸੀ, ਉਸ ਜ਼ਮਾਨੇ 'ਚ ਧਿਆਨ ਨੇ ਜੋ ਟੈਕਨੀਕ ਵਿਕਸਿਤ ਕੀਤੇ ਉੱਥੇ ਹੀ ਠਹਿਰ ਗਏ। ਉਹਨਾਂ 'ਚ ਕੋਈ ਵਿਕਾਸ ਨਹੀਂ ਹੋਇਆ। ਬੈਲ ਗੱਡੀ ਤਾਂ ਹਵਾਈ ਜਹਾਜ਼ ਬਣ ਗਈ, ਪਰ ਧਿਆਨ ਉੱਥੇ ਹੀ ਠਹਿਰਿਆ ਹੋਇਆ। ਹੁਣ ਵੀ ਜਦ ਅਸੀਂ ਧਿਆਨ ਨੂੰ ਖੋਜਣ ਜਾਂਦੇ ਹਾਂ ਤਾਂ ਅਸੀਂ ਸੁਭਾਵਿਕ ਤੌਰ 'ਤੇ ਮਹਾਂਵੀਰ 'ਚ ਖੋਜਾਂਗੇ, ਪਤੰਜਲੀ 'ਚ ਖੋਜਾਂਗੇ, ਲੇਕਿਨ ਸਾਨੂੰ ਪਤਾ ਨਹੀਂ ਪਤੰਜਲੀ ਬੈਲ ਗੱਡੀ 'ਚ ਚੱਲਦਾ ਸੀ ਅਤੇ ਪਤੰਜਲੀ ਦਾ ਜੋ ਟਾਈਮ ਟੇਬਲ ਹੈ ਉਹ ਬੈਲ ਗੱਡੀ ਦਾ ਟਾਈਮ ਸਕੇਲ ਹੈ। ਬੈਲ ਗੱਡੀ ਦੀ ਦੁਨੀਆ 'ਚ ਵਿਕਸਿਤ ਕੀਤੀਆਂ ਗਈਆਂ ਧਿਆਨ ਦੀਆਂ ਵਿਧੀਆਂ ਦੀ ਚਰਚਾ ਤੁਸੀਂ ਜੈੱਟ ਦੀ ਦੁਨੀਆ ਵਿੱਚ ਕਰੋਗੇ ਤਾਂ ਤੁਸੀਂ ਆਪਣੇ ਹੱਥੀਂ ਧਿਆਨ ਨੂੰ ਹਰਵਾਉਣ ਜਾ ਰਹੇ ਹੋ। ਸੋ ਉਸ ਜ਼ਮਾਨੇ 'ਚ ਬਿਲਕੁਲ ਸਹਿਜ ਸੀ ਇਹ ਗੱਲ ਕਿ ਧਿਆਨ ਇੱਕ ਜਨਮ 'ਚ ਉਪਲਬਧ ਨਹੀਂ ਹੁੰਦਾ। 3 ਦਿਨ ਤਾਂ ਬਹੁਤ ਥੋੜ੍ਹੇ ਹੈ, ਇੱਕ ਜਨਮ ਵੀ ਛੋਟਾ ਸੀ। ਧਿਆਨ ਇੱਕ ਜਨਮ 'ਚ ਉਪਲਬਧ ਨਹੀਂ ਹੁੰਦਾ, ਜਨਮਾਂ ਜਨਮਾਂ ਦੀ ਗੱਲ ਹੈ। ਜਿਸ ਸਮੇਂ ਦੀ ਗਤੀ 'ਤੇ ਅਸੀਂ ਜਿਉਂ ਰਹੇ ਸੀ ਉੱਥੇ ਗੱਲ ਮੌਜੂਦ ਸੀ। ਲੱਗਦਾ ਸੀ ਇਹ ਠੀਕ ਹੈ, ਅਜਿਹਾ ਹੀ ਹੋਏਗਾ। ਹੋਰ ਕੋਈ ਉਪਾਅ ਵੀ ਨਹੀਂ ਸੀ ਇਹਨੂੰ ਸਮਝਣ ਦਾ। ਜਿਨ੍ਹਾਂ ਨੇ ਪਾਇਆ ਸੀ ਉਹ ਵੀ ਕਹਿੰਦੇ ਹੈ ਕਿ ਜਨਮਾਂ ਜਨਮਾਂ ਦੀ ਯਾਤਰਾ ਹੈ। ਉਹ ਵੀ ਗਲਤ ਨਹੀਂ ਕਹਿੰਦੇ, ਅਨੁਭਵ ਨਾਲ ਹੀ ਕਹਿੰਦੇ ਹੈ। ਪਰ ਇਸ 'ਚ ਕਾਰਨ ਕੋਈ ਧਿਆਨ ਦੀ ਕੋਈ ਇੰਟੈਂਸਿਵ ਟੈਕਨੀਕ ਹੈ। ਸਮੇਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਧਿਆਨ ਨੇ, ਨਾ ਗਤੀ ਤੋਂ ਸਮੇਂ ਨੇ ਕੁਝ ਲੈਣਾ ਹੈ। ਸਮੇਂ ਤੇ ਗਤੀ ਦੇ ਵਿਚਾਲੇ ਟੈਕਨੀਕ ਨਿਰਧਾਰਤ ਹੁੰਦਾ ਹੈ ਕਿ ਕੀ ਹੋਏਗਾ। ਜੇ ਅਸੀਂ ਆਯੁਰਵੇਦ ਦੀ ਦਵਾਈ ਤੁਹਾਨੂੰ ਦਿੰਦੇ ਹਾਂ ਤਾਂ ਉਹਦਾ ਸਮਾਂ ਹੋਏਗਾ। ਉਹ ਅਸਲ 'ਚ ਬੈਲ ਗੱਡੀ ਦੇ ਵਕਤ ਵਿੱਚ ਵਿਕਸਿਤ ਹੋਈ ਸੀ। ਐਲੋਪੈਥੀ ਦਾ ਇੰਜੈਕਸ਼ਨ ਵੀ ਓਨਾ ਸਮਾਂ ਨਹੀਂ ਲਏਗਾ। ਉਹ ਬੈਲ ਗੱਡੀ ਦੇ ਜ਼ਮਾਨੇ ਦਾ ਵਿਕਾਸ ਨਹੀਂ ਹੈ। ਮੇਰੀ ਆਪਣੀ ਸਮਝ ਇਹ ਹੈ ਕਿ ਇਸ ਜਗਤ ਵਿੱਚ ਜਦ ਵੀ ਇੱਕ ਪੱਧਰ 'ਤੇ ਗਤੀ ਵੱਧਦੀ ਹੈ ਤਾਂ ਸਾਰੇ ਪੱਧਰ ਦੀਆਂ ਗਤੀਆਂ ਨੂੰ ਵਧਣਾ ਚਾਹੀਦਾ ਹੈ, ਨਹੀਂ ਤਾਂ ਉਹ ਅਸੰਗਤ ਹੋ ਜਾਂਦੀਆਂ। ਹੁਣ ਜਿਵੇਂ ਕਿ ਪੱਛਮ ਵਿੱਚ ਫਰਾਇਡ ਨੇ ਜੋ ਮਨੋਵਿਸ਼ਲੇਸ਼ਣ ਵਿਕਸਿਤ ਕੀਤਾ ਸੀ 50-60 ਸਾਲ ਪਹਿਲਾਂ ਉਹ ਹਾਰਨ ਲੱਗਿਆ, ਕਿਉਂਕਿ ਉਹਦੇ ਟਾਈਮ ਸਕੇਲ ਬਹੁਤ ਲੰਮਾ ਹੈ। ਜੇਕਰ ਫਰਾਇਡੀਅਨ ਐਨਾਲਿਸਿਸ ਕਰਵਾਉਣੀ ਹੈ ਤਾਂ 3 ਸਾਲ ਵੀ ਲੱਗ ਸਕਦੇ ਆ, 10 ਸਾਲ ਵੀ ਲੱਗ ਸਕਦੇ ਆ। 3 ਸਾਲ ਤਾਂ ਲੱਗਣ ਹੀ ਵਾਲੇ ਹੈ।
ਸੋ ਗਰੀਬ ਬੰਦਾ ਤਾਂ ਕਰਵਾ ਹੀ ਨਹੀਂ ਸਕਦਾ। ਤੇ 2-3 ਸਾਲ ਜੋ ਐਫੋਰਡ ਕਰ ਸਕੇ ਤੇ 2-3 ਸਾਲ ਜੋ ਐਫਰਟ ਕਰ ਸਕੇ ਲਗਾਤਾਰ ਹਰ ਹਫਤੇ ਘੱਟੋ ਘੱਟ 3 ਸਿਟਿੰਗ ਦੇ ਸਕਦੇ ਤਾਂ ਖਰਚੀਲਾ। ਸੋ ਫਰਾਈਡ ਤਾਂ ਹੁਣ ਚੱਲ ਨਹੀਂ ਸਕਦਾ ਅੱਗੇ, ਕਿਉਂਕਿ ਉਹਦਾ ਜੋ ਢੰਗ ਹੈ ਬਿਲਕੁਲ ਬੈਲ ਗੱਡੀ ਵਾਲਾ ਹੈ। 3 ਸਾਲ 'ਚ ਜੇਕਰ ਇੱਕ ਮਾਨਸਿਕ ਆਦਮੀ ਨੂੰ ਥੋੜ੍ਹੀ ਜਿਹੀ ਤਕਲੀਫ ਹੈ, ਉਹਨੂੰ 3 ਸਾਲ ਲੱਗਣ ਇਲਾਜ ਵਿੱਚ, ਤਾਂ ਬਿਮਾਰੀ ਤਾਂ ਇੱਕ ਪਾਸੇ ਰਹੀ, ਇਲਾਜ ਵੱਡੀ ਬਿਮਾਰੀ ਹੋ ਗਈ। ਇਹ ਇਲਾਜ ਨਹੀਂ ਲਾਗੂ ਕੀਤਾ ਜਾ ਸਕਦਾ। ਕਿੰਨੇ ਲੋਕਾਂ ਦੇ ਕੋਲ ਇੰਨਾ ਸਮਾਂ ਹੈ, ਕਿੰਨੇ ਲੋਕਾਂ ਦੇ ਕੋਲ ਇੰਨਾ ਸਮਾਂ ਜਿਹੜਾ 3 ਸਾਲ ਛੋਟੀ ਮੋਟੀ ਮਾਨਸਿਕ ਬਿਮਾਰੀ ਦੀ ਖਾਤਰ ਵਿਵਸਥਾ ਦੇਵੇ। ਇਸ ਲਈ ਲਗਾਤਾਰ ਇੱਧਰ ਪਿਛਲੇ 15 ਵਰ੍ਹਿਆਂ 'ਚ ਮਨਸ ਸ਼ਾਸਤਰੀ ਨੂੰ ਤੀਬਰ ਗਤੀਆਂ ਖੋਜਣੀਆਂ ਪਈਆਂ ਕਿ ਕਿਵੇਂ ਛੇਤੀ ਹੋ ਸਕੇ। ਜਿਹੜਾ ਬੰਦਾ 1-1 ਮਿੰਟ ਬਚਾ ਰਿਹਾ, ਜਿਹਨੇ 1-1 ਮਿੰਟ ਬਚਾਉਣ ਦੀ ਖਾਤਰ ਜ਼ਿੰਦਗੀ ਦਾਅ 'ਤੇ ਲਾਈ ਹੋਈ ਹੈ, ਉਸ ਬੰਦੇ ਨੂੰ ਤੁਸੀਂ ਕਹਿ ਰਹੇ ਹੋ 3 ਸਾਲ ਤੇਰਾ ਮਾਨਸਿਕ ਵਿਸ਼ਲੇਸ਼ਣ ਕਰਨ ਚਲਾਵਾਂਗੇ, ਤਾਂ ਉਹ ਕਹੇਗਾ ਉਹ ਅਗਲੇ ਜਨਮ 'ਚ ਮਿਲੇਗਾ। ਲੇਕਿਨ 3 ਸਾਲ ਫਿਰ ਵੀ ਸਮਝ 'ਚ ਆ ਰਿਹਾ ਅਸੀਂ ਇਸ ਮੁਲਕ 'ਚ ਧਿਆਨ ਦੇ ਲਈ ਜਿਹੜੀ ਭਾਸ਼ਾ ਬੋਲਦੇ ਹਾਂ ਉਹ ਜਨਮਾਂ ਦੀ ਬੋਲਦੇ ਹਾਂ। ਮੇਰਾ ਆਪਣਾ ਮੰਨਣਾ ਹੈ ਕਿ ਇਹ ਕੋਈ ਸਵਾਲ ਨਹੀਂ ਹੈ, ਇਹ ਸਿਰਫ ਟੈਕਨੀਕ ਅਣਵਿਕਸਤ ਹੈ। ਇਸ ਟੈਕਨੀਕ ਦੀ ਮੈਂ ਗੱਲ ਕਰ ਰਿਹਾ। ਉਹਨੂੰ ਜੇ 24 ਘੰਟੇ ਕੀਤਾ ਜਾਏ 3 ਦਿਨ, ਤਾਂ 3 ਦਿਨ ਬਹੁਤ ਹੈ। 24 ਘੰਟੇ ਜੇਕਰ ਇਹਨੂੰ 3 ਦਿਨ ਕੀਤਾ ਜਾਏ ਤਾਂ 3 ਦਿਨ ਥੋੜ੍ਹੇ ਨਹੀਂ ਹਨ, ਰਤਾ ਜ਼ਰੂਰਤ ਨਾਲੋਂ ਜ਼ਿਆਦਾ ਹਨ। ਤੁਹਾਨੂੰ ਭਾਰੀ ਪੈ ਸਕਦੇ ਹੈ, ਕਿਉਂਕਿ ਕਥਾਰਸਿਸ ਹੈ ਇਹ ਕਥਾਰਸਿਸ ਸਧਾਰਨ ਘਟਨਾ ਨਹੀਂ ਹੈ। ਜੇ ਇਹਨੂੰ ਬਹੁਤ ਲੰਮੇ ਅਰਸੇ 'ਤੇ ਕੱਢਿਆ ਜਾਏ, ਜੇ ਇਸ 'ਚ ਅਸੀਂ 3 ਦਿਨ ਦੀ ਥਾਂ 3 ਸਾਲ ਲਾਈਏ, ਤਾਂ ਇੰਨੀ ਥੋੜ੍ਹੀ ਜਿਹੀ ਮਿਕਦਾਰ ਤੁਹਾਡੇ 'ਚੋਂ ਨਿਕਲੇਗੀ ਕਿ ਉਨੀ ਮਿਕਦਾਰ ਤੁਸੀਂ ਰੋਜ਼ ਪੈਦਾ ਕਰ ਲਓਗੇ। ਇਹਨੂੰ ਲਮਕਾਇਆ ਨਹੀਂ ਜਾ ਸਕਦਾ। ਸਮਝ ਲਓ ਇਸ ਘਰ ਨੂੰ ਅਸੀਂ ਇੰਨਾ ਝਾੜੀਏ, ਇੰਨਾ ਹੌਲੀ ਝਾੜੀਏ ਕਿ ਝਾੜਨ 'ਚ 24 ਘੰਟੇ ਲੱਗ ਜਾਣ, ਤਾਂ ਦੂਜੇ ਦਿਨ ਅਸੀਂ ਝਾੜ ਕੇ ਮੁਕਾਈਏ ਤਦ ਤੱਕ ਪਾਈਏ ਕਿ ਕਚਰਾ ਘਰ 'ਚ ਆ ਗਿਆ ਹੈ। ਇਸ ਲਈ 24 ਘੰਟੇ 'ਚ ਕਚਰਾ ਤਾਂ ਆਉਣ ਵਾਲਾ ਹੈ। ਸੋ ਇਸ ਘਰ ਨੂੰ ਜੇ ਝਾੜਨ ਵਿੱਚ 24 ਘੰਟੇ ਲੱਗਣ ਤਾਂ ਝਾੜਨਾ ਬਿਲਕੁਲ ਬੇਕਾਰ ਹੈ। ਝਾੜਨਾ ਹੀ ਨਹੀਂ ਚਾਹੀਦਾ, ਬਿਲਕੁਲ ਅਰਥ ਹੀ ਨਹੀਂ ਹੈ, ਕਿਉਂਕਿ ਜਦ ਤੱਕ ਤੁਸੀਂ ਝਾੜ ਪਾਓਗੇ ਤਦ ਤੱਕ ਕਚਰਾ ਵਾਪਸ ਟਿਕਾਣੇ ਆ ਗਿਆ ਹੋਏਗਾ। ਇਹ ਘਰ ਕਦੇ ਵੀ ਸਾਫ਼ ਸੁਥਰੀ ਹਾਲਤ 'ਚ ਦਿਖਾਈ ਨਹੀਂ ਦੇ ਸਕਦਾ। ਸੋ ਕਥਾਰਸਿਸ ਦਾ ਤਾਂ ਕੋਈ ਵੀ ਪ੍ਰਯੋਗ ਇੰਟੈਂਸ ਹੋਣਾ ਚਾਹੀਦਾ ਹੈ। ਪਹਿਲੀ ਗੱਲ, ਯਾਨੀ ਇਹਦੇ ਪਹਿਲਾਂ ਕਿ ਨਵਾਂ ਕਚਰਾ ਇਕੱਠਾ ਹੋਵੇ ਤੁਹਾਡੇ 'ਚ ਖਾਲੀਪਣ ਚਾਹੀਦਾ ਹੈ, ਨਹੀਂ ਤਾਂ ਦਿਖਾਈ ਨਹੀਂ ਪਏਗਾ। ਜੇ ਅਸੀਂ ਬਹੁਤ ਮੱਧਮ ਮਿਕਦਾਰ ਦੇ ਡੋਜ਼ ਦਈਏ, ਹੋਮਿਓਪੈਥੀ ਦੇ ਡੋਜ਼ ਹੋਣ ਤਾਂ ਨਹੀਂ ਸਰੇਗਾ, ਕਿਉਂਕਿ ਉਹ ਇੰਨਾ ਹੌਲੀ ਚੱਲਣ ਵਾਲਾ ਕੰਮ ਹੈ। ਤੁਹਾਡੀਆਂ ਬਿਮਾਰੀਆਂ ਇੰਨੀਆਂ ਹਨ ਕਿ ਜਿੰਨਾ ਅਸੀਂ ਕੱਢ ਪਾਵਾਂਗੇ ਉਸ ਨਾਲੋਂ ਵੱਧ ਤਾਂ ਤੁਸੀਂ ਕੱਲ੍ਹ ਇਕੱਠਾ ਕਰਕੇ ਹਾਜ਼ਰ ਹੋ ਜਾਓਗੇ। ਦੂਜੀ ਗੱਲ, ਬਹੁਤੀ ਤੇਜ਼ ਵੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਤੁਹਾਡੀਆਂ ਬਿਮਾਰੀਆਂ ਹੀ ਤੁਹਾਡੀ ਸ਼ਖਸੀਅਤ ਹਨ। ਜੇ ਉਹਨਾਂ ਨੂੰ ਇੱਕਦਮ ਨਾਲ ਕੱਢ ਦਿੱਤਾ ਤਾਂ ਤੁਸੀਂ ਇੱਕਦਮ ਹੀ ਘਬਰਾ ਸਕਦੇ ਹੋ। ਇਹ 3 ਦਿਨ ਤੇ ਘੱਟ ਵਿੱਚ ਵੀ ਹੋ ਸਕਦਾ ਹੈ। ਮੇਰੇ ਹਿਸਾਬ ਨਾਲ ਤਾਂ 24 ਘੰਟੇ 'ਚ ਇੰਨੀ ਤੀਬਰ ਪ੍ਰਤੀਕਿਰਿਆ ਹੋਏਗੀ, ਗੈਪ ਇੰਨਾ ਵੱਡਾ ਹੋਏਗਾ ਕਿ ਤੁਸੀਂ ਫਿਰ ਆਪਣੇ ਆਪ ਨੂੰ ਪਛਾਣ ਨਹੀਂ ਸਕੋਗੇ। 8 ਘੰਟੇ ਪਹਿਲਾਂ ਜੋ ਤੁਸੀਂ ਸੀ ਉਹੀ ਤੁਸੀਂ ਹੋ। ਤੁਹਾਡੀ ਜੋ ਪਰਸਨਲ ਆਈਡੈਂਟਿਟੀ ਹੈ ਉਹਦੇ ਟੁੱਟ ਜਾਣ ਦਾ ਡਰ ਹੈ। ਇਸ ਲਈ ਸਫਾਈ ਇੰਨੀ ਦੇਰ 'ਚ ਵੀ ਹੋਣੀ ਚਾਹੀਦੀ ਹੈ ਕਿ ਕਚਰਾ ਇਕੱਠਾ ਹੋ ਜਾਵੇ। ਇੰਨੀ ਤੇਜ਼ ਵੀ ਨਹੀਂ ਹੋਣੀ ਚਾਹੀਦੀ ਕਿ ਮਕਾਨ ਹੀ ਸਾਫ਼ ਹੋ ਜਾਏ। ਇੰਨੀ ਤੇਜ਼ ਵੀ ਹੋ ਸਕਦੀ ਹੈ। ਗੁੱਲ ਰੋਗਣ ਲਾ ਕੇ ਸਫਾਈ ਕੀਤੀ ਤਾਂ ਫਿਰ ਗਿਆ ਮਾਮਲਾ। ਫਿਰ ਤੁਸੀਂ ਜਦ ਸਾਫ਼ ਮਕਾਨ ਦੇਖਣ ਆਓਗੇ ਪਾਓਗੇ ਕਿ ਮਕਾਨ ਸਾਫ਼, ਉੱਥੇ ਕੁਝ ਬਚਿਆ ਹੀ ਨਹੀਂ ਹੈ, ਕਚਰਾ ਵੀ ਨਹੀਂ ਹੈ, ਮਕਾਨ ਵੀ ਗਿਆ। ਸੋ ਹਰ ਬੰਦੇ ਦੀ ਆਪਣੀ ਆਈਡੈਂਟਿਟੀ ਹੈ, ਤੁਹਾਡੀ ਆਪਣੀ ਇੱਕ ਸ਼ਖਸੀਅਤ ਹੈ। ਬਿਮਾਰ ਤੰਦਰੁਸਤ ਜਿਹੋ ਜਿਹੀ ਵੀ ਹੈ ਤੁਹਾਡੀ ਆਪਣੀ ਸ਼ਖਸੀਅਤ ਹੈ। ਉਸ ਸ਼ਖਸੀਅਤ ਨੂੰ ਇੰਨਾ ਹੌਲੀ ਵੀ ਨਹੀਂ ਸਾਫ਼ ਕਰਨਾ ਕਿ ਖੁਦ ਨੂੰ ਵਾਪਸ ਸਥਾਪਿਤ ਕਰਦੀ ਚਲੀ ਜਾਏ। ਸੋ ਇੱਧਰ ਮੈਂ ਜਾਣ ਕੇ 3 ਦਿਨ ਤੈਅ ਕੀਤੇ ਆ, ਬਹੁਤ ਸੋਚ ਕੇ, ਬਹੁਤ ਪ੍ਰਯੋਗ ਕਰਕੇ 3 ਦਿਨ ਤੈਅ ਕੀਤੇ। ਛੇਤੀ ਇਹਨਾਂ ਨੂੰ 7 ਦਿਨ ਵੀ ਕਰਨਾ ਚਾਹੁੰਦਾ, ਤਦ ਵੀ ਡਰ ਲੱਗਦਾ, ਕਿਉਂਕਿ 7 ਦਿਨ 'ਚ ਤੁਸੀਂ ਇੰਨੀ ਗਹਿਰਾਈ 'ਚ ਚਲੇ ਜਾਓਗੇ ਕਿ ਤੁਸੀਂ ਵਾਪਸ ਪਰਤਣਾ ਨਹੀਂ ਚਾਹੋਗੇ। 3 ਦਿਨਾਂ 'ਚ ਮੈਂ ਤੁਹਾਨੂੰ ਇੰਨੀ ਗਹਿਰਾਈ ਤੱਕ ਲੈ ਜਾਣਾ ਜਿੱਥੋਂ ਤੋਂ ਤੁਸੀਂ ਕੁਝ ਅਨੁਭਵ ਵੀ ਕਰੋ ਅਤੇ ਆਪਣੀ ਪੂਰੀ ਪੁਰਾਣੀ ਵਿਵਸਥਾ 'ਚ ਵਾਪਸ ਵੀ ਪਰਤ ਸਕੋ। ਇਸ ਪ੍ਰਯੋਗ ਨੂੰ ਲੰਮਾ ਕੀਤਾ ਜਾ ਸਕਦਾ। ਇਸੇ ਇੰਟੈਂਸਿਟੀ ਉੱਤੇ 7 ਦਿਨ, 15 ਦਿਨ, 21 ਦਿਨ ਤੋਂ ਬਾਅਦ ਤੁਸੀਂ ਪਰਤਣ ਤੋਂ ਇਨਕਾਰ ਕਰ ਦਿਓਗੇ। ਤੁਹਾਨੂੰ ਤਾਂ ਕੋਈ ਨੁਕਸਾਨ ਨਹੀਂ ਹੋਣ ਵਾਲਾ ਅਤੇ ਮੇਰਾ ਕੁਝ ਬਣਦਾ ਵਿਗੜਦਾ ਨਹੀਂ ਹੈ। ਲੇਕਿਨ ਧਰਮ ਨੇ ਜੋ ਨੁਕਸਾਨ ਪਹੁੰਚਾਇਆ ਸਦਾ ਤੋਂ ਸੰਸਾਰ ਨੂੰ, ਉਹ ਸ਼ੁਰੂ ਹੋ ਜਾਏਗਾ। ਸਾਡੇ ਖਿਆਲ 'ਚ ਨਹੀਂ ਕਿ ਧਰਮ ਇੱਕ ਬੁਨਿਆਦੀ ਨੁਕਸਾਨ ਪਹੁੰਚਾਉਂਦਾ ਰਿਹਾ ਹੈ। ਜਿਨ੍ਹਾਂ ਲੋਕਾਂ ਨੂੰ ਵੀ ਇਹਨੇ ਗਹਿਰਾਈ ਦਿੱਤੀ ਹੈ ਉਹ ਸੰਨਿਆਸੀ ਹੋ ਜਾਣਗੇ, ਉਹ ਨੱਸ ਜਾਣਗੇ। ਮੈਂ ਇਸ ਪੱਖ ਵਿੱਚ ਨਹੀਂ ਹਾਂ ਕਿ ਭਗੌੜਾ ਕੋਈ ਵੀ ਹੋਵੇ। ਮੈਂ ਇਸ ਪੱਖ 'ਚ ਹਾਂ ਕਿ ਤੁਹਾਡੀ ਜ਼ਿੰਦਗੀ 'ਚ ਜੋ ਹੋਇਆ ਹੈ ਉਹ ਤੁਸੀਂ ਜਿੱਥੇ ਹੋ ਉੱਥੇ ਹੀ ਵਾਪਰੇ, ਅਤੇ ਮੈਂ ਮੰਨਦਾ ਕਿ ਉਹਦੇ ਵਧੇਰੇ ਨਤੀਜੇ ਹੋਣਗੇ, ਕਿਉਂਕਿ ਅਸੀਂ
ਤੁਸੀਂ ਆਸੇ-ਪਾਸੇ ਜੁੜੇ ਹੋਏ ਹੋ ਇਸ ਜਗਤ ਨਾਲ। ਉਹ ਜਗਤ ਵੀ ਤੁਹਾਤੋਂ ਰੂਪ ਪਰਤਾਏਗਾ। ਤੇ ਮੈਂ ਮੰਨਦਾ ਕਿ ਜਦ ਤੱਕ ਬਿਮਾਰ ਸੀ ਤਦ ਤੱਕ ਪਤਨੀ ਦਾ ਸਾਥ ਦਿੱਤਾ, ਜਦ ਤੰਦਰੁਸਤ ਹੋਏ ਤਾਂ ਨੱਸ ਗਏ। ਤਦ ਤਾਂ ਬਿਮਾਰ ਆਦਮੀ ਬਿਹਤਰ ਸੀ। ਮੈਂ ਤਾਂ ਮੰਨਦਾ ਇਹ ਵੀ ਫਰਜ਼ ਦਾ ਹਿੱਸਾ ਹੋਇਆ, ਬਲਕਿ ਇਹ ਪ੍ਰੇਮ ਦਾ ਲਾਜ਼ਮੀ ਹਿੱਸਾ ਹੋਣਾ ਚਾਹੀਦਾ ਹੈ ਕਿ ਜਿਸ ਦਿਨ ਮੈਂ ਸ਼ਾਂਤ ਹੋ ਜਾਵਾਂ, ਮੇਰੀ ਪਤਨੀ ਨੂੰ ਤਾਂ ਮੈਨੂੰ ਸ਼ਾਂਤ ਕਰਨ ਦੀ ਚਿੰਤਾ ਕਰਨੀ ਚਾਹੀਦੀ ਹੈ, ਕਿਉਂਕਿ ਬਿਮਾਰੀਆਂ ਮੈਂ ਉਸ 'ਤੇ ਕੱਢੀਆਂ, ਕ੍ਰੋਧ ਉਸ ਉੱਤੇ ਕੱਢਿਆ, ਘਿਰਨਾ ਉਸ ਨਾਲ ਕੀਤੀ ਹੈ, ਲੜਿਆ ਉਸ ਨਾਲ, ਪ੍ਰੇਮ ਉਹਨੂੰ ਕਦੇ ਨਹੀਂ ਕੀਤਾ। ਹੁਣ ਦੇ ਸਕਦਾ, ਹੁਣ ਮੈਂ ਨੱਸ ਰਿਹਾ। ਧੰਨਵਾਦ।